ਅਸੀਂ ਆਏ ਹਾਂ ਗੋਲਫਲਿੰਗ ਦੇ ਜੈਨ ਮੰਦਿਰ 'ਚ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੈ ਜਨੇਂਦਰ जी ਕਿਵੇਂ ਹੋ? जय जिनेश्वर जी। ਅੱਜ महावीर जन्म कल्याणक है, कुछ इस बारे अपने विचार प्रकट करो। आज बहुत हर्ष का विषय है कि भगवान महावीर स्वामी के निर्वाण को 2550 साल पूरे हो गए और 2551 साल चल रहा है उनका, और आज उनका जन्म कल्याणक है। और आज हम उन सबके सिद्धांतों पर चल रहे हैं और चलने की कोशिश कर रहे हैं, और आने वाली पीढ़ी को भी उन पर चलने के लिए उनको प्रेरित करना चाहेंगे और करेंगे भी, ताकि उनका जो एक मेन मोटिव है जियो और जीने दो, अहिंसा परमो धर्म, उनका हमें हमेशा पालन करना है और उनके कदमों पर चलना है। जी बहुत बहुत धन्यवाद। कुछ ਤੁਸੀਂ ਦੱਸ ਸਕਦੇ ਹੋ ਮਹਾਵੀਰ ਭਗਵਾਨ ਦੇ ਬਾਰੇ, ਉਹਨਾਂ ਦੀ ਜੀਵਨ ਗਾਥਾ ਐਦਾਂ ਕੁਝ? ਅਸੀਂ ਹੁਣ ਗੱਲਬਾਤ ਕਰਨ ਲੱਗੇ ਹਾਂ ਨੀਲਮ ਆਂਟੀ ਤੋਂ, ਜੋ ਕਿ ਬੱਚਿਆਂ ਨੂੰ ਪਾਠਸ਼ਾਲਾ ਦਿੰਦੇ ਨੇ, ਬੱਚਿਆਂ ਨੂੰ ਸਿੱਖਿਆ ਦਿੰਦੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੈ ਜਿਨੇਸ਼ਵਰ ਦੇਵੀ ਆਂਟੀ ਜੀ, ਕਿਵੇਂ ਹੋ ਤੁਸੀਂ? ਜਿਵੇਂ ਇਹਨਾਂ ਨੇ ਕਿਹਾ ਕਿ ਭਗਵਾਨ ਮਹਾਵੀਰ ਦਾ ਜਿਹੜਾ ਖਾਸ ਨਾਰਾ ਹੈ ਅਨੇਕਾਂਤਵਾਦ और अहिंसा परमो धर्म है, जियो और जीने दो, उन्होंने खुद करके दिखाया जी। उन्होंने सिर्फ ਤੁਹਾਨੂੰ बोल के नहीं कुछ भी किया, उन्होंने अपनी ज़िंदगी 'ਚ खुद करके दिखाया। ਜਿਹੜੇ ਉਹਨਾਂ ਨਾਲ ਸ਼ਤਰੂਤਾ ਕਰਦੇ ਰਹੇ, ਜਿਹੜੇ ਉਹਨਾਂ ਨਾਲ ਦੁਸ਼ਮਣੀ ਵੀ ਕਰਦੇ ਰਹੇ, ਉਹਨਾਂ ਦੇ ਅੰਦਰੋਂ ਉਹਨਾਂ ਲਈ ਵੀ ਕਰੁਣਾ ਵਰਸਦੀ ਰਹੀ। ਔਰ ਅਗਰ ਤੁਸੀਂ ਉਹਨਾਂ ਦੀ ਕਹਾਣੀ ਪੜ੍ਹੀ ਹੋਏਗੀ ਤੇ ਤੁਹਾਨੂੰ ਧਿਆਨ ਹੋਏਗਾ ਕਿ ਚੰਦ ਕੋਸ਼ੀਆ ਨਾਗ ਉਹਨਾਂ ਨੂੰ ਖਤਮ ਕਰਨ ਲਈ ਆਇਆ ਸੀ, ਕੋਈ ਐਸਾ ਪਿਛਲਾ ਵੈਰ ਖਤਮ ਕਰਨ ਲਈ ਆਇਆ ਸੀ, ਲੇਕਿਨ ਪ੍ਰਭੂ ਨੇ ਉਹਨੂੰ ਬੁੱਝ ਕਹਿ ਕੇ ਤੂੰ ਸ਼ਾਂਤ ਹੋ ਜਾ, ਤੂੰ ਸ਼ਾਂਤ ਹੋ ਜਾ। ਪ੍ਰਭੂ ਨੇ ਕਰੁਣਾ ਵਰਸਾਈ, ਉਹਨਾਂ ਦੇ ਅੰਦਰ ਇੰਨੀ ਕਰੁਣਾ ਭਰੀ ਹੋਈ ਸੀ ਕਿ ਉਹਨਾਂ ਦੇ ਅੰਦਰੋਂ ਲਹੂ ਨਹੀਂ ਦੁੱਧ ਨਿਕਲਿਆ। ਔਰ ਉਹਨਾਂ ਦੀ ਬਾਣੀ ਇੰਨੀ ਗਹਿਰੀ ਸੀ ਕਿ ਇੱਕ ਨਾਗ ਨੂੰ ਵੀ ਸਪਰਸ਼ ਕਰ ਗਈ, ਔਰ ਉਹ ਨਾਗ ਨੂੰ ਸਮਝ ਆ ਗਈ, ਕਿਉਂਕਿ ਉਹ ਪੰਜ ਇੰਦਰੀਆ ਹੁੰਦਾ ਜੀ। ਉਹ ਮਤਲਬ ਸੰਗੀ ਹੁੰਦਾ, ਨਾਗ ਜਿਹੜਾ ਸੰਗੀ ਹੁੰਦਾ ਹਰ ਚੀਜ਼ ਨੂੰ ਸਮਝਦਾ। ਇਸ ਕਰਕੇ ਇੰਨੀ ਉਹਨਾਂ ਦੀ ਬਾਣੀ ਦਾ ਅਸਰ ਹੋਇਆ ਕਿ ਜਿਹੜਾ ਦੂਰ ਤੋਂ ਫੁਆਰਾ ਮਾਰਦਾ ਸੀ ਔਰ ਸਭ ਕੁਝ ਜਲਾ ਦਿੰਦਾ ਸੀ, ਬੰਨ ਦੇ ਬੰਨ ਜਲਾ ਦਿੰਦਾ ਸੀ, ਉਹ ਨਾਗ ਨੀਚੇ ਮੂੰਹ ਕਰਕੇ ਜਿਉਂ ਪਿਆ, ਉਹਦੇ ਉੱਤੇ ਲੋਕ ਉਹ ਸਮਝੇ ਕਿ ਇਹ ਮਰ ਗਿਆ। ਉਹਦੇ ਉੱਤੇ ਲੋਕ ਚੀਜ਼ਾਂ ਚੜਾਉਣੇ ਸ਼ੁਰੂ ਕਰ ਦਿੱਤੇ, ਜਿੱਦਾਂ ਅਕਸਰ ਹਿੰਦੁਸਤਾਨ ਵਿੱਚ ਪੂਜਾ ਕਰਨ ਲੱਗ ਜਾਂਦੇ ਹੈ। ਔਰ ਉਹ ਚੀਜ਼ਾਂ ਚੜਾਉਣ ਦੇ ਨਾਲ, ਮਿੱਠਾ ਵਗੈਰਾ ਚੜਾਉਣ ਨਾਲ ਇੰਨੀਆਂ ਕੀੜੀਆਂ ਸ਼ੁਰੂ ਹੋ ਗਈਆਂ ਕਿ ਉਹਨੂੰ ਜੀਵ ਜੰਤੂ ਜਿਹੜੇ ਦੱਸਣ ਲੱਗ ਗਏ। ਲੇਕਿਨ ਫਿਰ ਵੀ ਉਹਦੇ ਅੰਦਰ ਇੰਨੀ ਸ਼ਾਂਤੀ ਪ੍ਰਭੂ ਦੀ ਬਾਣੀ ਨਾਲ ਆ ਗਈ ਕਿ ਉਹ ਬਾਹਰ ਮੂੰਹ ਖੋਲ੍ਹੇ ਆਇਆ ਹੀ ਨਹੀਂ ਉਹਦਾ। ਔਰ ਅੰਤ ਵਿੱਚ ਜਿਹੜਾ ਨਾਗ ਨਰਕ ਵਿੱਚ ਜਾਂਦਾ ਹੈ ਉਹ ਦੇਵਲੋਕ 'ਚ ਹੈ। ਇਹ ਬਾਣੀ ਦਾ ਅਸਰ ਹੈ, ਪ੍ਰਭੂ ਨੇ ਖੁਦ ਕਰਕੇ ਦਿਖਾਇਆ। ਸਿਰਫ ਕਿਹਾ ਹੀ ਨਹੀਂ ਉਹਨਾਂ ਨੇ ਮੂੰਹ ਨਾਲ, ਤੇ ਇੰਨਾ ਕਿਹਾ ਹੀ ਨਹੀਂ ਜਿੰਨਾ ਉਹਨਾਂ ਨੇ ਜ਼ਿੰਦਗੀ 'ਚ ਕਰਕੇ ਦਿਖਾਇਆ। ਜੀ ਬਿਲਕੁਲ ਸਹੀ ਗੱਲ ਹੈ। ਜਿਵੇਂ ਕਿ ਤੁਸੀਂ ਮਹਾਵੀਰ ਭਗਵਾਨ ਦੀ ਸਾਨੂੰ ਕਹਾਣੀ ਦੱਸੀ, ਹੋਰ ਕਹਾਣੀਆਂ ਹੈ ਕੁਝ ਪ੍ਰਭੂ ਦੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ? ਕਿ ਲੋਕੀ ਮਹਾਵੀਰ ਭਗਵਾਨ ਦੇ ਜਨਮ ਦਿਵਸ ਨੂੰ ਮਹਾਵੀਰ ਜਯੰਤੀ ਕਹਿੰਦੇ ਆ, ਤੇ ਅਸੀਂ ਆਂਟੀ ਕੋ ਪੁੱਛਣਾ ਚਾਹੁੰਦੇ ਹਾਂ ਕਿ ਵੀ ਉਹ ਜਨਮ ਕਲਿਆਣਕ ਕਿਉਂ ਕਹਿੰਦੇ, ਆਪਾਂ ਜਯੰਤੀ ਕਿਉਂ ਨਹੀਂ ਕਹਿਣਾ ਚਾਹੀਦਾ? ਹਰ ਤੇ ਸ਼ੰਕਰ ਜਿਹੜਾ ਵੈ ਉਹਦਾ ਪੰਜ ਕਲਿਆਣਕ ਹੁੰਦੇ ਆ। ਪਹਿਲੇ ਚਵਨ ਹੁੰਦਾ, ਅਸੀਂ ਉਹਨੂੰ ਚਵਨ ਕਹਿੰਦੇ ਆ। ਉਹਦਾ ਕਾਰਨ ਹੈ, ਅਸੀਂ ਗਰਭ ਨਹੀਂ ਕਹਿੰਦੇ, ਤੁਸੀਂ ਔਰ ਅਸੀਂ ਗਰਭ 'ਚ ਆਏ ਹਾਂ। ਲੇਕਿਨ ਜਿਹੜਾ ਤੇ ਸ਼ੰਕਰ ਹੁੰਦਾ ਉਹਦਾ ਆਖਰੀ ਜਨਮ ਹੁੰਦਾ ਔਰ ਉਹਨੇ ਨਿਰਵਾਣ ਜਾਣਾ ਹੁੰਦਾ, ਮੋਕਸ਼ ਜਾਣਾ ਹੁੰਦਾ। ਇਸ ਕਰਕੇ ਉਹਨੇ ਇਸ ਦੁਨੀਆ ਤੋਂ ਛੁੱਟਣਾ ਹੁੰਦਾ। ਚਵ ਦਾ ਮਤਲਬ ਕਿ ਕਿਸੇ ਚੀਜ਼ ਤੋਂ ਦੂਰ ਹੋ ਜਾਣਾ, ਛੁੱਟ ਜਾਣਾ। ਇਸ ਕਰਕੇ ਜਿਹੜਾ ਉਹਦਾ ਗਰਭ ਚਾਹੁੰਦੇ ਹੈ ਉਹਨੂੰ ਅਸੀਂ ਕਹਿੰਦੇ ਹਾਂ ਚਵਨ। ਪਹਿਲਾ ਉਹਨਾਂ ਦਾ ਚਵਨ ਕਲਿਆਣਕ ਹੈ, ਦੂਸਰਾ ਉਹਨਾਂ ਦਾ ਜਨਮ ਕਲਿਆਣਕ ਹੈ ਕਲਿਆਣਕ, ਔਰ ਤੀਸਰਾ ਹੈ ਉਹਨਾਂ ਦਾ ਦੀਕਸ਼ਾ ਕਲਿਆਣਕ। ਦੀਕਸ਼ਾ ਲੈਂਦੇ ਆ ਫਿਰ ਜਿੰਨੇ ਵੀ ਤੀਰਥੰਕਰ ਹੁੰਦੇ ਆ ਨਾ, ਉਹ ਹਮੇਸ਼ਾ ਇਸੇ ਤਰ੍ਹਾਂ ਉਹਨਾਂ ਦੇ ਪੰਜ ਕਲਿਆਣਕ ਹੁੰਦੇ ਆ। ਜਿੱਦਾਂ ਇਸ ਵਾਰ 24 ਮਤਲਬ ਭਗਵਾਨ ਹੋਏ ਤਾਂ ਉਹਨਾਂ ਦੇ 120 ਕਲਿਆਣਕ ਹੈ। ਤੀਸਰਾ ਦੀਕਸ਼ਾ ਕਲਿਆਣਕ, ਚੌਥਾ ਜੋ ਹੈ ਕੇਵਲ ਗਿਆਨ ਕਲਿਆਣਕ, ਔਰ ਪੰਜਵਾਂ ਜਿਹੜਾ ਨਿਰਵਾਣ ਕਲਿਆਣਕ, ਮੋਕਸ਼ ਚਲੇ ਗਏ, ਜਨਮ ਮਰਨ ਤੋਂ ਛੁੱਟ ਗਏ। ਉਹਨਾਂ ਨੇ ਜਨਮ ਮਰਨ ਤੋਂ ਛੁੱਟਣਾ ਹੁੰਦਾ ਐਸ। ਔਰ ਜਦੋਂ ਉਹ ਇਹ ਪੰਜ ਕਲਿਆਣਕ ਹੁੰਦੇ ਆ ਨਾ, ਉਦੋਂ ਕਹਿੰਦੇ ਆ ਕਿ ਸੱਤਵੀਂ ਨਰਕ ਇੰਨਾ ਕੁ ਦੁੱਖ ਹੁੰਦਾ ਕਿ ਆਦਮੀ ਸੋਚ ਨਹੀਂ ਸਕਦਾ।
लेकिन उस वेले सतवीं नरक च भी कुछ समय ਲਈ सुख ਹੁੰਦਾ है। जब उनका जन्म पूरी दुनिया च पूरी जीव आश्रित मतलब जो है जीव जो है सारे ब्रह्मांड का 14 जो है हम मतलब कहते हैं 14 राजलोक, 14 राजलोक में उस समय सुख का कारण बनता है। ਜਦੋਂ ये ਪ੍ਰਭੂ ਦਾ पांचों ਜਨਮ के ਹੋਇਆ। पांचों कल्याणक जब होते हैं कुछ समय के लिए नरक तक में भी उस समय सुख आता है, उन जीवों को भी सुख प्राप्त होता है, इसलिए इसको कल्याणक कहते हैं। कल्य का मतलब है मंगल, आपका कल्याण। आनक का मतलब है आना, मंगल का आना उसको कहते हैं कल्याणक। इसीलिए परमात्मा के 5 कल्याणक हर परमात्मा के मनाते हैं। जयंती महापुरुषों की होती है, और जयंती जो है वो महापुरुष वो जो हमारे महापुरुष सिंपल संसार के उनके जयंती कहते हैं। लेकिन जो परमात्मा जिसने इस दुनिया से छूट ही जाना, मोक्ष में जाना है, तो और आपको बताया कि उनके जो कल्याणक है वो तो इतना सुख मंगल करते हैं सारी दुनिया में। और फिर उन्होंने कितनी देशना देखे, अनेक लोगों को आगे तारना, केवल खुद नहीं करते, अनेक लोगों को तार के वो जाते हैं। तो उनकी देशना में ऐसा होता है कि कोई जीव जो है ना, अब भवी जीव नहीं बैठ ही नहीं सकता, क्योंकि और जो भवी जीव है किसी को सम्यक दर्शन हो जाता है, किसी को क्षायिक हो जाता है, कोई आगे बढ़ता मतलब बढ़ता जाता है, और कोई ज्ञान प्राप्त कर लेता है। और देखो एक और बहुत बड़ा एग्जाम्पल आया मेरे दिमाग में, गौतम स्वामी। उन्होंने मैंने अभी बोला ना कि कैसे उनकी वाणी असर करती थी, ये उनके अंतर की दशा थी, जिसकी वाणी इतनी करुणामय, इतनी भवजीवों को तारने वाली। अरे वो तो वैद से आए थे, विरोध से आए थे गौतम स्वामी उनके पास, और उनको लगा कि हम इधर जो यज्ञ कर रहे हैं तो सारे देवी देवता उधर क्यों जा रहे हैं, तो ये कोई माया भी है। तो पहले उन्होंने अपने छोटे लोगों को भेजा, नीचे के लोगों को, वो वहीं के वो कोई नहीं आया, तो वो उनको गुस्सा आया और वो कहते मैं ऐसे मायावी को खुद ठीक करके आता हूँ। और ये भी अंदर था उनके, क्योंकि अंदर तो उनके बहुत ज्ञान भरा हुआ था, और ये भी सोच के आए थे माया भी है तो मैं घसीट के लाऊंगा, और अगर वो सचमुच कोई ऐसा आदमी है, सही आदमी है, तो मैं उसका शिष्य बन जाऊँगा। यही कारण हुआ, जैसे ही भगवान ने आवाज़ दी आओ प्रिय भगवान, तो पहले वही बदल गया। फिर उसके दिमाग में एक पल के लिए आया कि मेरे को तो सारी दुनिया जानती, देखो अहम कितना उस इंसान में कितना अहम लेके आया होगा। तो वो कहता है कि मेरे को तो सारी दुनिया जानती, अगर इसने मेरा नाम ले दिया तो क्या हुआ। उसके बाद जो उनके अंदर शंका थी अपनी ऋचाओं में से, और वो किसी को पता नहीं थी, भगवान ने उसी शंका को बोला और उसका निवारण उनकी ऋचाओं से किया। अपनी ओर से कोई अपने उससे नहीं किया, उनकी ऋचाओं को पकड़ के उसका निवारण किया। जो मिथ्या वो सोच रहे थे उसको सम्यक कर दिया, सच्चाई बता दी, और एकदम वही वो हाथ जोड़ के खड़े हो गए, दीक्षित हो गए। और उनके साथ आपको पता है 500 सब भाइयों के पास कितने शिष्य थे, 15। और उसी समय 3 भाई थे, तीनों के पास सारे शिष्य दीक्षा ले गए। और वही गौतम स्वामी आखिर में जब निर्वाण को गए तो उनकी कहते हैं जो अग्नि थी उसमें से बीज बोलता, ये आवाज़ आई। जो वैरी को भी इतना अंतर में ले जाए, सोचो वो कौन हो सकता है, वो बीज हो सकता है। उनकी जीवन की घटनाएं तो बहुत है, नाम उनका वर्तमान में क्यों पड़ा, तो ये घटनाएं ਜੀ ਬਹੁਤ ਬਹੁਤ ਧੰਨਵਾਦ ਆਂਟੀ। ਇੱਕ ਆਖਰੀ ਸਵਾਲ ਆਂਟੀ, ਅੱਜ ਦੇ ਆ ਜਿਹੜਾ ਸਾਡਾ ਯੂਥ ਹੈ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੱਦਾਂ ਉਹ ਸਾਡੇ ਧਰਮ ਦੇ ਵਿੱਚ ਆਉਣ, ਕੁਛ ਇਸ ਬਾਰੇ। मैं तो यही कहूँगी, इधर ही आ जाओ, तो ना फेस नहीं देख रहा। मेरे गुरु ने नन्नू एको चीज़ सिखाई है
ਕਿ ਜਿੰਨੀ ਦੇ ਜੀਵਨ ਵਿੱਚ ਸਵਾਧਿਆਇ ਨਹੀਂ ਕਰੋਗੇ ਨਾ, ਕਿਸੇ ਚੀਜ਼ ਦੇ ਬਾਰੇ ਪਤਾ ਨਹੀਂ ਲੱਗੇਗਾ। ਔਰ ਧਰਮ ਦੇ ਵੀ ਸਾਡੇ ਕੋਲ ਬਹੁਤ ਕੁਝ ਭਰਿਆ ਪਿਆ, ਭਰਪੂਰ ਹੈ ਸਾਡੇ ਕੋਲ ਜਿਹੜੀ ਸਮ੍ਰਿਤੀ ਹੈ ਭਗਵਾਨਾਂ ਦੀ, ਔਰ ਉਹਨਾਂ ਦੇ ਸ਼ਾਸਤਰ, ਉਹਨਾਂ ਦੀ ਬਾਣੀ ਭਰੀ ਪਈ ਹੈ। ਔਰ ਮੈਂ ਚਾਹੂੰਗੀ ਹੁਣ ਤੇ ਬਹੁਤ ਆਸਾਨ ਢੰਗ ਨਾਲ ਵੀ ਸਾਡੇ ਗੁਰੂਆਂ ਨੇ, ਸਾਡੇ ਸਮੇਂਦਰਸ਼ੀ ਜੀਵਾਂ ਨੇ ਉਹਨੂੰ ਬਹੁਤ ਆਸਾਨ ਢੰਗ ਨਾਲ ਵੀ ਹਰ ਭਾਸ਼ਾ 'ਚ ਲਿਖ ਦਿੱਤਾ। ਔਰ ਅਗਰ ਅੱਜ ਦੇ ਬੱਚੇ ਥੋੜ੍ਹਾ ਬਹੁਤਾ ਵੀ ਭਗਵਾਨ ਮਹਾਵੀਰ ਦੇ ਬਾਰੇ 'ਚ ਜਾਣਨਾ ਚਾਹਣ ਤਾਂ ਅਵश्य। ਮੈਨੂੰ ਮੇਰੇ ਗੁਰੂ ਨੇ 15 ਮਿੰਟ ਦਾ ਇੱਕ ਨਿਯਮ ਕਰਾਇਆ ਸੀ ਕਿਸੇ ਜ਼ਮਾਨੇ ਕਿ ਸਵਾਧਿਆਇ ਜ਼ਰੂਰ ਕਰਨਾ ਹੈ, ਚਾਹੇ ਤੂੰ 15 ਮਿੰਟ ਕਰ। ਪੜ੍ਹਦੇ ਹੋਏ ਇੰਨਾ ਟਾਈਮ ਵੀ ਨਹੀਂ ਹੁੰਦਾ ਬੱਚੇ ਕੋਲ, ਔਰ ਇੰਨਾ ਉਦੋਂ ਖਿਆਲ ਵੀ ਨਹੀਂ ਹੁੰਦਾ। ਉਹ 15 ਮਿੰਟ ਲਾ ਕੇ ਬੈਠਦੀ ਸੀ ਤੇ ਕਿਤਾਬ ਛੱਡਣ ਨੂੰ ਨਹੀਂ ਦਿਲ ਕਰਦਾ ਸੀ। ਉਹ ਘੰਟਾ ਹੀ ਬਣ ਜਾਂਦਾ ਸੀ ਕਿਸੇ ਵੇਲੇ। ਕਰਦੇ 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 ਐਸੀ ਲੱਗਣੀ ਲੱਗੀ ਹੈ ਹੁਣ ਸਵਾਧਿਆਇ ਮੇਰਾ ਪ੍ਰਾਣ ਹੈ। ਸਤਸੰਗ ਔਰ ਸਵਾਧਿਆਇ ਬਿਨਾ ਮੈਂ ਨਹੀਂ ਰਹਿ ਸਕਦੀ। ਮੈਂ ਰੋਟੀ ਖਾਣੀ ਬਿਨਾ ਰਹਿ ਸਕਦੀ ਹਾਂ, ਮੈਂ ਉਹਦੇ ਬਿਨਾ ਨਹੀਂ ਰਹਿ ਸਕਦੀ। ਔਰ ਅੱਜ ਜੋ ਵੀ ਅੰਤਰ ਪਾਇਆ, ਬਾਹਰ ਪਾਇਆ, ਇੱਥੇ ਪ੍ਰਭੂ ਦੀ ਬਾਣੀ ਨਾਲ ਹੀ ਪਾਇਆ। ਔਰ ਮੈਂ ਚਾਹੂੰਗੀ ਕਿ ਬੱਚੇ ਵੀ ਜਿਸ ਭਾਸ਼ਾ 'ਚ ਵੀ ਉਹ ਚਾਹੁੰਦੇ ਆ, ਉਹਨਾਂ ਨੂੰ ਹਰ ਤਰ੍ਹਾਂ ਦੀ ਭਾਸ਼ਾ 'ਚ ਕਿਤਾਬਾਂ ਮਿਲ ਸਕਦੀਆਂ। ਔਰ ਬੱਚਿਆਂ ਨੂੰ ਅਗਰ ਅਸੀਂ ਅਕਸ਼ਰ ਵਗੈਰਾ ਸਿਖਾਉਂਦੇ ਹਾਂ, ਉਸ ਤੋਂ ਵੀ ਜ਼ਿਆਦਾ ਅੱਗੇ ਉਹਨਾਂ ਨੂੰ ਪ੍ਰਭੂ ਦੀ ਬਾਣੀ, ਛੋਟੀ ਛੋਟੀ ਜੀਵਨੀਆਂ, ਐਸੇ ਤੇ ਆਂਟੀ ਆਪਾਂ ਨੂੰ ਕਿਤਾਬਾਂ ਕਿੱਥੋਂ ਮਿਲ ਸਕਦੀਆਂ, ਕਿੱਥੋਂ ਪੜਨ ਬੱਚੇ? ਤੁਸੀਂ ਜਦੋਂ ਲੈਓਗੇ आजकल तो यूट्यूब पे हर चीज़ अवेलेबल है, YouTube पे भी आ हर रही चीज़ है। ऑनलाइन ਜਿੱਦਾਂ अवेलेबल है। ਬੱਚੇ ਆ ਪੜ੍ਹਦੇ ਨਹੀਂ ਹੈ, ਉਹ ਕੀ ਕਹਿੰਦੇ ਉਹਨਾਂ ਨੂੰ, कॉमिक्स भी आते हैं। कॉमिक्स बने हुए हैं। कॉमिक्स बने हुए हमारे हैं। सारे जो है ना ये भगवानों के, महापुरुषों जीवन चरित्र के कॉमिक्स बहुत बने हुए हैं। कॉमिक्स। मैं जब किचलू नगर पढ़ाती थी ना, मेरा ख्याल मैं 50 कॉमिक्स मंगाए होंगे और बच्चों को देती रही हूँ पढ़ने के लिए। तो ये कोई हिम्मत करेगा तो होगा, अब हम तो बूढ़े हो गए। ਨਹੀਂ ਤਾਂ ਅੱਜ ਉਹ ਕਾਮਿਕਸ ਜਿਹੜੀਆਂ ਤੁਸੀਂ ਮੰਗਾਈਆਂ ਸੀ ਉਹ ਕਿੱਥੇ ਗਈਆਂ ਸਭ? वो मैं तो बच्चों को दे दी, पढ़ो भी, आगे आगे देते जाओ। हमारे पास कोई लाइब्रेरी वगैरह ऐसी कोई चीज नहीं? ऑनलाइन बहुत कुछ मिलता है। आजकल बच्चे ऑनलाइन मटेरियल है सब मिलते हैं। ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਮਹਾਵੀਰ ਜਨਮ ਕਲਿਆਣਕ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਤੇ ਉਹੋ ਜੀ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਪੰਜਾਬ AMPM ਨੂੰ ਜ਼ਰੂਰ ਫੋਲੋ ਕਰਿਓ। ਮਿਲਦੇ ਹਾਂ ਅਗਲੇ ਵੀਡੀਓ 'ਚ।